ਅਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਿੱਲੀ ਦੀਆਂ ਰਾਜਪਥ ਦੀਆਂ। ਸੋ ਵੱਖ-ਵੱਖ ਦਸਤੇ ਤੁਸੀਂ ਦੇਖ ਰਹੇ ਹੋ। T-90 ਟੈਂਕ ਸ਼ਾਮਲ ਹੋਏ ਨੇ, ਇਸ ਦੇ ਨਾਲ ਟਰੂਪ ਲੈਵਲ ਰਡਾਰ, ਇਲੈਕਟ੍ਰੋਨਿਕ ਕਮਿਊਨੀਕੇਸ਼ਨ ਸਿਸਟਮ, ਵੱਖ-ਵੱਖ ਜੋ ਤਾਕਤ ਦਾ ਮੁਜ਼ਾਹਰਾ, ਤਾਕਤ ਦਾ ਪ੍ਰਦਰਸ਼ਨ ਅੱਜ ਰਾਜਪਥ ਤੇ ਹੋ ਰਿਹਾ ਹੈ। ਮਨਦੀਪ ਸਿੰਘ ਬਾਜਵਾ ਰੱਖਿਆ ਮਾਹਰ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਜੀ ਬਾਜਵਾ ਜੀ, ਇਲੈਕਟ੍ਰੋਨਿਕ ਕਮਿਊਨੀਕੇਸ਼ਨ ਫੌਜ ਦੇ ਲਈ ਅੱਜ ਦੇ ਟਾਈਮ ਦੇ ਵਿੱਚ ਕਿੰਨਾ ਕੁ ਇੰਪੋਰਟੈਂਟ ਹੈ, ਕਿੰਨੀ ਕੁ ਅਹਿਮੀਅਤ ਰੱਖਦਾ ਹੈ? Here come the first of our marching contingents, the parachute regiment. देखो जी, ਜਿਹੜੀ ਵਰਤਮਾਨ ਫੌਜਾਂ ਨੇ ਉਹ ਵਾਇਰਲੈਸ ਕਮਿਊਨੀਕੇਸ਼ਨ, ਇਲੈਕਟ੍ਰੋਨਿਕਸ, ਸਾਈਬਰ ਕਮਿਊਨੀਕੇਸ਼ਨ, ਬਲਕਿ ਹਰ ਤਰ੍ਹਾਂ ਦੀ ਇਲੈਕਟ੍ਰੋਨਿਕ ਜਿਹੜੇ ਵਸੀਲੇ ਨੇ ਉਹਨਾਂ ਤੇ ਪੂਰੀ ਤਰ੍ਹਾਂ ਮੁਨਸਰ ਹੈ। ਔਰ ਇੱਕ ਫੌਜ ਦੇ ਮੁਖੀ ਤੋਂ ਲੈ ਕੇ ਇੱਕ ਨਾਇਕ ਤੱਕ ਉਹ ਸਾਰੇ ਇੱਕ ਕੜੀ ਦੇ ਨਾਲ ਜੁੜੇ ਹੋਏ ਨੇ ਔਰ ਆਪਸ ਵਿੱਚ ਗੱਲ ਕਰ ਸਕਦੇ ਨੇ ਔਰ ਇਸੇ ਤਰ੍ਹਾਂ ਔਰ ਕਰਦੇ ਵੀ ਨੇ ਔਰ ਇਸ ਤਰ੍ਹਾਂ ਫੌਜ ਦਾ ਕੰਮ ਚੱਲਦਾ ਹੈ। ਸੋ ਜਿਹੜਾ ਨਾ ਇਹ ਜੋ ਹਿੰਦੁਸਤਾਨ ਨੇ ਤਰੱਕੀ ਕੀਤੀ ਹੈ ਸਾਈਬਰ ਕਮਿਊਨੀਕੇਸ਼ਨ ਦੇ ਵਿੱਚ, ਇਲੈਕਟ੍ਰੋਨਿਕਸ ਦੇ ਵਿੱਚ, ਉਹ ਹੁਣ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ। ਔਰ ਇਹ ਜਿਸ ਤਰ੍ਹਾਂ ਕਿ ਫੌਜ ਹੁਣ ਇਹ ਨਵੇਂ ਆਧੁਨਿਕ ਵਸੀਲਿਆਂ ਦਾ ਇਸਤੇਮਾਲ ਕਰਦੀ ਹੈ, ਉਹ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਜੀ। ਇਸ ਦੇ ਨਾਲ ਕਰਨਲ RR ਸੇਠ ਵੀ ਸਾਡੇ ਨਾਲ ਮੌਜੂਦ ਹੈ। ਆਕਾਸ਼ ਮਿਜ਼ਾਈਲ, ਅਸੀਂ ਦੇਖੇ ਮਿਜ਼ਾਈਲ ਟੈਕਨੋਲੋਜੀ ਦੇ ਵਿੱਚ ਦੇਸ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਕਿੰਨਾ ਕੁ ਸਮਰੱਥ ਮੰਨਦੇ ਹੋ ਭਾਰਤ ਨੂੰ? मिसाइल जो हिंदुस्तान फौज में हैं ये ज़्यादातर हमने खुद इंडिया में डेवलप किए हैं और DRDO की मदद से ये डेवलप की गई हैं। मिसाइल वॉरफेयर आजकल की आधुनिक दुनिया में बहुत ज़रूरी है और हमारा जो देश है, जो मिसाइल्स हमारे देश और आर्मी में हैं, ये दुनिया में इस टाइप की मिसाइल्स अव्वल दर्जे की हैं और ये खुद हमने इंडिया में बनाई गई हैं। तो ये बहुत ही बड़ी चीज है जी। फिर मैं रुख करना चाहांगे मनदीप सिंह बाजवा जी दा। जी बाजवा जी, इस बार गल की जाए डॉग स्क्वाड दी तो भी शामिल हो रहा है, तकरीबन 26 साल बाद इसनूं शामिल किया जा रहा है। इस पहल नूं किस तरीके नाल देखते हो? ਜਿਹੜਾ ਇਹ ਫੌਜ ਦੇ ਇੱਕ ਜਿਹੜੇ ਵਰਕਿੰਗ ਡੌਗਸ ਹੁੰਦੇ ਨੇ, ਇਹ ਇੱਕ ਬੜਾ ਅਹਿਮ ਹਿੱਸਾ ਨੇ ਔਰ ਇੱਕ ਬੜਾ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨੇ ਕਿ ਆਪਣਾ ਪਹਿਰਾ ਦੇਣਾ, ਆਪਣਾ ਦੁਸ਼ਮਣਾਂ ਨੂੰ ਰੋਕਣਾ, ਦੁਸ਼ਮਣਾਂ ਨੂੰ ਫੜਨਾ ਔਰ ਖਾਸ ਕਰਕੇ ਬੜਾ ਜ਼ਰੂਰੀ ਕੰਮ ਕਰਦੇ ਨੇ ਕਿ ਜਿਹੜੇ ਮਾਈਨਸ ਨੂੰ ਲੱਭਣਾ, ਹੋਰ ਜਿਹੜੇ ਵਿਸਫੋਟਕ ਸਮਾਨ ਹੁੰਦਾ, IEDs ਹੁੰਦੀਆਂ ਨੇ, ਉਹਨਾਂ ਨੂੰ ਲੱਭਣਾ, ਆਪਣੇ ਜਿਹੜੇ ਉਹਨਾਂ ਦੇ ਵਿੱਚ ਖਾਸ ਉਹਨਾਂ ਦੇ ਕੁਛ ਇੱਕ ਰੱਬ ਵੱਲੋਂ ਦਿੱਤੀ ਗਈਆਂ ਜਿਹੜੀਆਂ ਵਸੀਲੇ ਨੇ ਉਹਨੂੰ ਇਸਤੇਮਾਲ ਕਰਕੇ ਤੇ ਜਿਹੜੇ ਫੌਜੀ ਕੁੱਤੇ ਨੇ ਉਹ ਕੰਮ ਕਰਦੇ ਨੇ ਔਰ ਬਹੁਤ ਵਧੀਆ ਇਹਨਾਂ ਦਾ ਕੰਮ ਰਿਹਾ ਹਮੇਸ਼ਾ। ਔਰ ਮੈਨੂੰ ਖੁਸ਼ੀ ਹੈ ਕਿ ਵੀ ਇਸ ਸਾਲ 25-26 ਸਾਲਾਂ ਬਾਅਦ ਇਹ ਫੇਰ ਇਸ ਪਰੇਡ ਦੇ ਵਿੱਚ ਸ਼ਾਮਿਲ ਹੋਏ ਨੇ। ਹੁਣ ਤੁਹਾਨੂੰ ਲੈ ਚੱਲਦੇ ਹਾਂ ਮੋਹਾਲੀ, ਜਿੱਥੇ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਸੰਬੋਧਿਤ ਕਰ ਰਹੇ ਨੇ। सरकार ने इस समय के दौरान कीतियां और ਜਿਹੜੀ ਵੱਡੀ ਖੁਸ਼ੀ ਹੈ ਮੈਨੂੰ ਕਿ ਸਾਡੀ ਵਿਰਾਸਤ ਨੂੰ ਸੰਭਾਲਣ ਵਾਸਤੇ ਜਿਵੇਂ ਵਿਰਾਸਤ ਖਾਲਸਾ ਬਣਾਇਆ, ਜਿਵੇਂ ਪਹਾੜੀ ਦੇ ਵਿੱਚ ਚੱਪੜਚਿੜੀ ਦਾ ਮੈਦਾਨ, ਵੱਡਾ ਕੱਲੂ ਤਾਰਾ, ਛੋਟਾ ਕੱਲੂ ਤਾਰਾ, ਉਸ ਤੋਂ ਬਾਅਦ ਭਗਵਾਨ ਬਾਲਮੀਕ ਦਾ ਤੀਰਥ, ਹੁਣ ਗੁਰੂ ਰਵਿਦਾਸ ਦਾ ਰਾਮਗੜ੍ਹ ਦੇ ਵਿੱਚ ਸਥਾਨ ਔਰ ਜਿਹੜੀ ਦੇਸ਼ ਦੀ ਆਜ਼ਾਦੀ ਵਾਸਤੇ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸੀ, ਅੱਜ ਤੱਕ ਦੇਸ਼ ਦੇ ਵਿੱਚ ਉਹਨਾਂ ਦੇ ਵਾਸਤੇ ਕੋਈ ਯਾਦਗਾਰ ਨਹੀਂ ਸੀ ਬਣੀ। ਇਹ ਵੀ ਮੁੱਖ ਮੰਤਰੀ ਸਾਹਿਬ ਨੇ ਸੋ ਪੰਜਾਬ ਦੇ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਉਹਨਾਂ ਨੇ ਮੋਹਾਲੀ ਦੇ ਵਿੱਚ ਤਿਰੰਗਾ ਲਹਿਰਾਇਆ ਤੇ ਉਸ ਤੋਂ ਬਾਅਦ
संबोधित कर रहे सी। तस्वीर तुसी राजपथ दी देख रहे हो, कदम कदम बढ़ाए जा, खुशी के गीत गाए जा। Going past a saluting ये base. गीत है कौम के, तू कौम पर लुटाए जा। कुछ यही चीज उन्हां दे मनां दे विच अते कदम वधा रहे ने ये जवान। Commanded, led by Lieutenant Aditya Vish, the 4th Assam. सो तस्वीर तुसी देख रहे हो राजपथ। And now approaching the saluting base, contingent of 11 Gurkha Rifles led by Captain Ilan सो इस परेड के जरिए भारत की ताकत का प्रदर्शन किया जा रहा है। सो एक जोश है, जो उत्साह है वो हर साल इसे तरीके नाल हुंदा है अते हर साल इस जोश अते उत्साह की गवाही भरन दे लई बड़ी गिनती विच लोग इत्थे इकट्ठे होंदे Motto of ने। the regiment, Yatra Ham Vijay Tatra. कंधों से मिलते हैं कंधे, कदमों से कदम मिलते हैं, हम चलते हैं जब ऐसे तो दिल दुश्मन के हिलते हैं। ये कहण नूं चाहे गीत है पर ये जज्बा है इन्हां जवानां दे दिलां विच इंज ही है अते हर भारती माण महसूस करदा है जद देश दी ताकत नूं वेखदा है। सो इंडिया गेट दा Marching smartly to the नज़ारा tune तुसी देख रहे सी। Rashmi. This is the combined band of the Garhwal ਅਤੇ Rifle ਕਦਮ ਨਾ Regiment ਕਦਮ ਮਿਲਾ Center ਕੇ and ਇਹ Kumar ਜਵਾਨ Regiment ਚੱਲ ਰਹੇ ਨੇ Center, ਅਤੇ led by ਦੇਸ਼ ਦੇ Subedar ਰਾਸ਼ਟਰਪਤੀ Major ਪ੍ਰਣਬ Bhaskar Singh ਮੁਖਰਜੀ। Rawat. ਤਸਵੀਰ ਤੁਸੀਂ ਦੇਖ ਰਹੇ ਹੋ, ਹਰ ਕੋਈ ਮਾਣ ਮਹਿਸੂਸ ਕਰ ਰਿਹਾ। ਵੱਡੀਆਂ ਸ਼ਖਸੀਅਤਾਂ ਇੱਥੇ ਪਹੁੰਚੇ ਹੋਏ ਨੇ। ਕਿਤੇ ਕਿਤੇ ਤਸਵੀਰ ਤੁਸੀਂ ਦੇਖਦੇ ਹੋ ਸੋਨੀਆ ਗਾਂਧੀ ਇੱਥੇ ਪਹੁੰਚੇ ਹੋਏ ਨੇ, ਹੋਰ ਕਾਂਗਰਸ, ਬੀਜੇਪੀ ਅਤੇ ਹੋਰ ਵੱਡੀਆਂ ਸਿਆਸੀ ਪਾਰਟੀਆਂ ਦੇ ਜੋ तमाम ਨੇਤਾ ਨੇ ਉਹ ਇੱਥੇ ਪਹੁੰਚੇ ਹੋਏ ਨੇ। ਅੱਜ ਕੋਈ ਇੱਕ ਸਿਆਸਤਦਾਨ ਨਹੀਂ ਬਲਕਿ ਭਾਰਤੀ ਦੇ ਤੌਰ ਤੇ ਇੱਥੇ ਸ਼ਾਮਲ ਹੋ ਰਹੇ ਡੌਗ ਸਕੁਐਡ ਜਿਸ ਦੀ ਗੱਲ ਕੀਤੀ ਜਾ ਰਹੀ ਸੀ। तकरीबन और का 26 साल बाद पशु सेवा अस्माकम धर्म। इस परेड का हिस्सा बनया है डॉग स्क्वाड। तस्वीर तुसी देख रहे हो दिल्ली के राजपथ की। सो रक्षा मंत्री मनोहर पर्रिकर की तस्वीर। सलामी मंच के सामने पहुंचती पूर्व सैनिकों की झांकी। सो ਸਾਬਕਾ ਫੌਜੀਆਂ ਦੀ ਝਾਂਕੀ ਹੁਣ ਤੁਸੀਂ ਟੈਲੀਵਿਜ਼ਨ ਸਕਰੀਨ ਤੇ ਦੇਖ ਰਹੇ ਹੋ। ਦੇਸ਼ ਦੇ ਵਿੱਚ ਸਾਬਕਾ ਫੌਜੀਆਂ ਦੇ ਯੋਗਦਾਨ ਨੂੰ ਨਜ਼ਰ ਵਿੱਚ ਰੱਖਦੇ ਹੋਏ ਇਸ ਵਾਰ ਖਾਸ ਪਹਿਲੀ ਵਾਰ ਸਾਬਕਾ ਫੌਜੀਆਂ ਦੀ ਝਾਂਕੀ ਵੀ ਸ਼ਾਮਲ ਕੀਤੀ ਗਈ ਹੈ। ਇਸ ਝਾਂਕੀ ਦੇ ਜ਼ਰੀਏ ਦੇਸ਼ ਦੇ ਵਿਕਾਸ ਦੇ ਵਿੱਚ ਸਾਬਕਾ ਫੌਜੀਆਂ ਦੇ ਯੋਗਦਾਨ ਨੂੰ ਦਰਸਾਇਆ ਗਿਆ ਹੈ। ਸੋ ਇਹ ਜੋ ਝਾਂਕੀ ਹੈ ਕਾਫੀ ਅਹਿਮੀਅਤ ਰੱਖਦੀ ਹੈ। सो मनदीप सिंह बाजवा रखिया माहर साना लगातार जुड़े हुए हैं। जी बाजवा जी, किस तरीके ना देखा जाए साबका फौजियों के योगदान नूं याद किया जा रहा है, एक विशेष झांकी का प्रबंध किया गया है। ਇਹ ਮੈਂ ਸਮਝਦਾ ਕਿ ਬੜੀ ਵਧੀਆ ਗੱਲ ਹੈ ਜੀ ਔਰ ਇਸ ਚੀਜ਼ ਦੀ ਲੋੜ ਵੀ ਹੈ ਕਿਉਂਕਿ ਇਸ ਵੇਲੇ ਜਿਹੜੇ ਸਾਬਕਾ ਫੌਜੀ ਨੇ ਉਹ ਬਹੁਤ ਜ਼ਿਆਦਾ ਮੈਂ ਸਮਝਦਾ ਨਾ ਹੀ ਕਿ ਡਿਸਸੈਟੀਸਫਾਈਡ ਔਰ ਡਿਸਗਰੰਟਡ ਨੇ ਬਲਕਿ ਬੜੇ ਗੁੱਸੇ ਵਿੱਚ ਨੇ। ਉਹਨਾਂ ਨਾਲ ਓਵਰਰੋਪੀ ਦੇ ਮਾਮਲੇ ਦੇ ਵਿੱਚ ਬਹੁਤ ਸਾਰੀ ਜਿਹੜਾ ਹੈ ਨਾ ਉਹਨਾਂ ਨਾਲ ਕੁਤਾਹੀਆਂ ਵਰਤੀਆਂ ਗਈਆਂ। ਉਹਨਾਂ ਨਾਲ ਉਹਨਾਂ ਹਾਲੇ ਤੱਕ ਉਹਨਾਂ ਦੀ ਮੰਗਾਂ ਮੰਨੀਆਂ ਨਹੀਂ ਗਈਆਂ। ਕੋਈ ਤਕਰੀਬਨ ਸਾਲ ਹੋ ਗਿਆ, ਸਾਲ ਤੋਂ ਵੱਧ ਅਰਸੇ ਤੋਂ ਇਹ ਆਪਣਾ ਐਜੀਟੇਸ਼ਨ ਚਲਾ ਰਹੇ ਨੇ ਔਰ ਸਰਕਾਰ ਹਾਲੇ ਤੱਕ ਵਿਫਲ ਹੈ ਉਹਨਾਂ ਦੀ ਮੰਗਾਂ ਮੰਨਣ ਵਾਸਤੇ। ਤੇ ਜੇ ਹੁਣ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਮਾਨ ਦੇਵਾਂਗੇ ਤੇ ਸ਼ਾਇਦ ਇਹਦੇ ਨਾਲ ਕੁਝ ਉਹਨਾਂ ਦਾ ਗੁੱਸਾ ਘਟ ਵੀ ਸਕਦਾ। ਸੋ ਜਦ ਵੀ ਸਾਬਕਾ ਫੌਜੀਆਂ ਦੀ ਗੱਲ ਆਉਂਦੀ ਹੈ ਤਾਂ ਵਨ ਰੈਂਕ ਵਨ ਪੈਨਸ਼ਨ ਦਾ ਮੁੱਦਾ ਆਪ ਮੁਹਾਰੇ ਹੀ ਉੱਠ ਜਾਂਦਾ ਹੈ। ਪਰ ਜੋ ਸਾਬਕਾ ਫੌਜੀਆਂ ਦੀ ਝਾਂਕੀ ਨੂੰ ਸ਼ਾਮਲ ਕਰਨਾ ਇਸ ਵਾਰ ਰਿਪਬਲਿਕ ਡੇ ਦੀ ਪਰੇਡ ਦੇ ਵਿੱਚ ਇਹ ਬੇहद ਅਹਿਮੀਅਤ ਰੱਖਦਾ ਹੈ। ਇੱਕ ਕਾਫੀ ਖਾਸ ਗੱਲ ਹੈ ਹਰ ਭਾਰਤੀ ਲਈ, ਸਾਬਕਾ ਫੌਜੀਆਂ ਦੇ ਲਈ ਬੇहद ਖਾਸ ਗੱਲ ਹੈ ਜਿਨ੍ਹਾਂ ਨੇ ਵੱਖ-ਵੱਖ ਸਮੇਂ ਤੇ ਦੇਸ਼ ਦੇ ਲਈ ਵੱਡੇ ਯੋਗਦਾਨ ਦਿੱਤੇ ਨੇ। ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਸਾਬਕਾ ਫੌਜੀਆਂ ਦੀ ਝਾਂਕੀ ਨੂੰ ਰਿਪਬਲਿਕ ਡੇ ਦੀ ਪਰੇਡ ਦੇ ਵਿੱਚ ਸ਼ਾਮਲ ਕਰਨਾ ਬੇहद ਮਾਣ ਦੀ ਗੱਲ ਹੈ, ਬੇहद ਅਹਿਮੀਅਤ ਰੱਖਦਾ ਹੈ ਇਸ ਝਾਂਕੀ ਦਾ ਪ੍ਰਬੰਧ। ਸੋ ਰਿਪਬਲਿਕ ਡੇ ਦੀ ਪਰੇਡ ਦੀ ਤਸਵੀਰ ਤੁਸੀਂ ਦੇਖ ਰਹੇ ਹੋ, ਕਦਮ ਨਾ ਕਦਮ ਮਿਲਾ ਕੇ ਇਹ ਜਵਾਨ ਚੱਲ ਰਹੇ ਨੇ। सुरक्षा और स्वदेशीकरण। और देखिए मेड इन इंडिया ये शब्द कितनी प्यारी अनुभूति देते हैं ना। अपने ही देश में बना विक्रांत और कलवरी जिसे आप देख रहे हैं तो ये उद्घोष करता है कि हम सशक्त हैं, हम समृद्ध हैं, हम स्वावलंबी हैं।
And now approaching the saluting desk. The Indian Navy empowering India through maritime security and indigenization. ਸੋ ਰਾਜਪਥ ਤੇ ਭਾਰਤੀ ਸਮੁੰਦਰੀ ਫੌਜ ਦੀ ਝਾਕੀ ਤੁਸੀਂ ਦੇਖ ਰਹੇ ਹੋ। ਇਸ ਝਾਕੀ 'ਚ ਪਹਿਲੀ ਵਾਰ ਦੇਸ਼ 'ਚ ਹੀ ਬਣੇ ਵਿਮਾਨ ਵਾਹਕ ਪੋਤ ਵਿਕਰਾਂਤ ਦਾ ਮਾਡਲ ਵਿਖਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੇਕ ਇਨ ਇੰਡੀਆ ਦੀ ਤਰਜ਼ ਤੇ ਬਣ ਰਹੀ ਸਕਾਰਪੀਅਨ ਪਣਡੁੱਬੀ, ਜਿਸ ਨੂੰ ਕਲਵਰੀ ਦਾ ਨਾਮ ਦਿੱਤਾ ਗਿਆ ਹੈ, ਉਸ ਨੂੰ ਵੀ ਮਾਡਲ ਦੀ ਸ਼ਕਲ ਦੇ ਵਿੱਚ ਰਾਜਪਥ ਤੇ ਵਿਖਾਇਆ ਜਾ ਰਿਹਾ ਹੈ। ਤਸਵੀਰ ਤੁਸੀਂ ਰਾਜਪਥ ਤੇ ਦੇਖ ਰਹੇ ਹੋ। ਹਰ ਕਿਸੇ ਦੇ ਮੂੰਹ ਦੇ ਵਿੱਚੋਂ ਵਾਹ ਸ਼ਬਦ ਨਿਕਲ ਰਿਹਾ ਹੈ। ਹਰ ਕੋਈ ਹੈਰਾਨ ਹੋ ਰਿਹਾ ਹੈ ਭਾਰਤ ਦੀ ਇਸ ਤਾਕਤ ਨੂੰ ਦੇਖਦੇ ਹੋਏ। ਸੋ ਇਹ ਜੋਸ਼, ਇਹ ਉਤਸ਼ਾਹ। And a smart salute. The Air Force marching contingent in a smart salute there by Flight Lieutenant Ashish Maan, Flight Lieutenant Shashikala Seshadri Maitri, Flight Lieutenant Dennis John, and Flight Lieutenant Shilpa Butler. ਸੋ ਹਵਾਈ ਫੌਜ ਦਾ ਇਹ ਦਸਤਾ, ਇੱਕ ਬਿਹਤਰੀਨ ਜੋਸ਼, ਇੱਕ ਉਤਸ਼ਾਹ ਅਤੇ ਜਵਾਨਾਂ ਦੇ ਜੋਸ਼ ਅਤੇ ਉਤਸ਼ਾਹ ਉੱਥੇ ਬੈਠੇ ਲੋਕਾਂ ਦੇ ਦਿਲਾਂ ਵਿੱਚ ਵੀ, ਮਨਾਂ ਦੇ ਵਿੱਚ ਵੀ ਇੱਕ ਨਵਾਂ ਜੋਸ਼, ਇੱਕ ਨਵੀਂ ਰੂਹ ਫੂਕ ਦਿੰਦਾ ਹੈ। Galaxy Riders. चाहे उत्तराखंड हो या कश्मीर, यमन हो या नेपाल, कई गंभीर प्राकृतिक और मानवीय आपदाएं, वायुसेना ने हजारों बहुमूल्य प्राणों की रक्षा की। वायुसेना की ये घाटी इन प्रयासों की गाथा कह रही है। सलामी मन से गुजरता ये घाटी राष्ट्रीय सेवा को समर्पित इस आदर्श वाक्य को साबित कर रहे हैं। C-17 ग्लोबमास्टर, C-130 हरक्यूलिस और B-17 B-5 देखता हुआ राष्ट्र की सेवा में सदैव तत्पर। And this is the Indian Air Force tableau showcasing humanitarian assistance and disaster relief. ਸੋ ਇੰਡੀਅਨ 에ਅਰ ਫੋਰਸ ਦੀ ਝਾਕੀ ਵੀ ਤੁਸੀਂ ਦੇਖ ਰਹੇ ਹੋ। ਰੇਤਲੀ ਜ਼ਮੀਨ, ਚਟਾਨੀ ਰਸਤਾ ਹੋਵੇ, ਹਰ ਰਸਤੇ ਨੂੰ ਪਾਰ ਕਰਦੇ ਇਹ ਜਵਾਨ ਪਹੁੰਚਦੇ ਨੇ। ਦੇਸ਼ ਦੀ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਨੇ ਜਵਾਨ। ਸੋ ਰਾਜਪਥ ਤੇ ਭਾਰਤ ਦੀ ਤਾਕਤ ਦਾ ਪ੍ਰਦਰਸ਼ਨ ਇੰਡੀਅਨ 에ਅਰ ਫੋਰਸ ਦੀ ਝਾਕੀ ਤੁਸੀਂ ਦੇਖ ਰਹੇ ਹੋ। तटीय निगरानी रडार यानी CSR, समुद्री गश्त वायु वाहित रडार MPAR। ਸਾਡੇ ਨਾਲ ਲਗਾਤਾਰ ਗੈਸਟ जुड़े हुए ने, रक्षा माहर ਸਾਡੇ ਨਾਲ लगातार जुड़े हुए ने। ट्रेन वायु और समुद्री निगरानी रेडार को दर्शाया गया है। ਉਹਨਾਂ ਨਾਲ ਗੱਲ ਕਰਦੇ ਆ ਕਰਨਲ ਆਰ ਸੇਠ ਸਾਡੇ ਨਾਲ ਲਗਾਤਾਰ जुड़े हुए ਨੇ। ਜੀ ਕਰਨਲ ਜੀ, ਅਸੀਂ ਦੇਖਦੇ ਆ ਕਿ ਹਰ ਫੌਜ ਦੇ ਨਾਲ, ਹਰ ਫੌਜੀ ਦਸਤੇ ਦੇ ਨਾਲ ਇੱਕ ਬੈਂਡ ਹੁੰਦਾ ਹੈ। ਇਹ ਬੈਂਡ ਕਿੰਨੀ ਕੋਈ ਅਹਿਮੀਅਤ ਰੱਖਦਾ ਹੈ? आयाम, नए दृश्य इस भव्य गणतंत्र दिवस परेड के अवसर पर। मिलिट्री म्यूजिक एक फौज का बहुत बड़ा हिस्सा है। इससे मोटिवेशन मिलती है और फौजियों को इससे अपने आप में जो गर्व महसूस होती है मिलिट्री म्यूजिक के जरिए से होती है। म्यूजिक बहुत ज़रूरी है, चाहे ब्यूगलर्स हों, ड्रमर्स हों या पूरा ब्रास या पाइप बैंड हो। ये फौजी ट्रेडिशंस और फौजी सेरेमनीज में बैंड का बहुत बड़ी अहमियत है और ये ज़रूरी है कि ये जब हम अपने आप को फॉर्मली और सेरेमोनियली डिस्प्ले करते हैं तो बैंड भी हमारा एक शोकेस है और ये फौज को अच्छी लाइट में दर्शाता है। सो बिल्कुल दिल्ली ਦੀਆਂ ਤਸਵੀਰਾਂ ਵਿਖਾ ਰਹੇ ਹਾਂ। DRDO की ही अगली झांकी, इसमें वरुणास्त्र, पनडुब्बी रोधी युद्धक टॉर्पीडो और मारीच जो कि उन्नत टॉर्पीडो